ਠੀਕ ਹੈ। ਗੁਰੂ ਜੀ ਸ਼੍ਰੀ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰਾ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਵਿਗਨਨ ਕੇ ਨਾਸਕ ਵਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਨਾਇਓ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰਾਂ ਪਰ ਪੁਨ ਸੀਸਾ ਪੁਨ ਸੀਸਾ ਹਰ ਜਗਦੀਸਾ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਹਰਿ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਵੰਦਨਾ ਸੀਸ ਚਰਨ ਅਵਤਾਰ ਏਕ ਓੰਕਾਰ ਸਤਿਗੁਰੂ ਤੇਰੇ ਪ੍ਰਸਾਦ ਸਚ ਹੋਏ ਵਾਹਿਗੁਰੂ ਏਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਏਕੀ ਫਤਿਹ ਹੈ
ਫਤਿਹ। ਸਰਬ ਪ੍ਰਥਮ ਅੱਜ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਇਸ ਸ਼ਹੀਦੀ ਦਿਹਾੜੇ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਸ ਲਾਸਾਨੀ ਸ਼ਹਾਦਤ ਨੂੰ ਮੁੜ ਤੋਂ ਕੋਟ ਕੋਟ ਪ੍ਰਣਾਮ। ਸੰਸਾਰ ਦੇ ਅੰਦਰ ਦੋ ਪ੍ਰਕਾਰ ਦੇ ਸਤਵਾਦੀ ਹੋਏ। ਇੱਕ ਉਹ ਜਿਨ੍ਹਾਂ ਨੇ ਸੱਚ ਨੂੰ ਜਾਣਿਆ ਪਰ ਕਿਹਾ ਨਹੀਂ, ਨਜ਼ਾਕਤ ਨੂੰ ਵੇਂਦਿਆਂ ਭਾਈ ਹਰਜੀਤ ਸਿੰਘ ਜੀ ਉੱਠ ਕੇ ਆਏ। ਸੰਸਾਰ ਦੀ ਨਜ਼ਾਕਤ ਨੂੰ ਤੱਕਦਿਆਂ ਸੱਚ ਨੂੰ ਜਾਣਿਆ ਪਰ ਸੱਚ ਨੂੰ ਕਿਹਾ ਨਹੀਂ, ਆਪਣੇ ਅੰਦਰ ਹੀ ਜ਼ਜ਼ਬ ਕੀਤਾ। ਸਾਈਂ ਬੁੱਲੇ ਸ਼ਾਹ ਇਸ ਪਰਥਾਏ ਇੱਕ ਬਚਨ ਕਰਦੇ ਨੇ, ਇੱਕ ਬਾਜ਼ਮ ਸ਼ਰਤ ਅਦਬ ਦੀਏ, ਹਰ ਸ਼ੈ ਵਿੱਚ ਸੂਰਤ ਰੱਬ ਦੀ ਏ। ਜੇ ਜ਼ਾਹਰ ਕਰਾਂ ਇਜ਼ਹਾਰ ਤਾਈ, ਫਿਰ ਮਾਰਨ ਬੁੱਲੇ ਯਾਰ ਤਾਈ। ਇੱਥੇ ਗੁਪਤੀ ਬਾਤ ਸੁਖੇਂਦੀ ਏ। ਸਾਈਂ ਬੁੱਲੇ ਸ਼ਾਹ ਜੀ ਕਹਿੰਦੇ ਹਰ ਇੱਕ ਦੇ ਅੰਦਰ ਉਹ ਮੌਲਾ ਵਸਦਾ ਹੈ, ਪਰਮਾਤਮਾ ਵਸਦਾ ਹੈ। ਪਰ ਅਗਰ ਇਸ ਬਾਤ ਨੂੰ ਮੈਂ ਜ਼ਾਹਰ ਕਰਾਂ ਤਾਂ ਫਿਰ ਮੈਂ ਬੁੱਲੇ ਤੱਕ ਇਹ ਲੋਕ ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਇਹਨਾਂ ਨੇ ਡੰਡੇ ਚੁੱਕ ਲੈਣੇ ਨੇ ਤੇ ਮੈਂ ਬੁੱਲੇ ਨੂੰ ਮਾਰਨਾ। ਇਸ ਲਈ ਬੁੱਲੇ ਸ਼ਾਹ ਜੇ ਸੱਚ ਨੂੰ ਜਾਣਿਆ ਤਾਂ ਚੁੱਪ ਵੱਟ ਲੈ, ਆਪਣੇ ਅੰਦਰ ਹੀ ਪੀ ਜਾ। ਇੱਕ ਇਹ ਸਤਵਾਦੀ, ਜਿਵੇਂ ਬੁੱਲੇ ਸ਼ਾਹ ਜੀ ਪ੍ਰਮਾਣ ਦਿੰਦੇ ਨੇ, ਅਨਲ ਹੱਕ ਉਚਾਰਨ ਕਰਨ ਵਾਲੇ ਉਹ ਜਿਹੜੇ ਫਕੀਰ ਸਨ, ਦਰਵੇਸ਼ ਸਨ, ਜਿਨ੍ਹਾਂ ਨੇ ਅਨਲ ਹੱਕ ਦਾ ਹੁਕਮ ਦਿੱਤਾ ਕਿ ਮੈਂ ਹੀ ਬ੍ਰਹਮ ਹਾਂ, ਮੈਂ ਹੀ ਖੁਦਾ ਹਾਂ। ਪਰ ਉਸ ਫਕੀਰ ਨੂੰ ਸਜ਼ਾਏ ਮੌਤ ਦਿੱਤੀ ਹਕੂਮਤ ਨੇ, ਜ਼ਾਲਮ ਲੋਕਾਂ ਨੇ। ਗੱਲ ਤੇ ਸੱਚ ਬੋਲ ਰਿਹਾ ਸੀ ਉਹ ਕਿ ਮੈਂ ਖੁਦਾ ਹਾਂ, ਮੈਂ ਹੀ ਰੱਬ ਹਾਂ, ਮੈਂ ਹੀ ਬ੍ਰਹਮ ਹਾਂ। ਬਾਤ ਤੇ ਉਹਦੀ ਦਰੁਸਤ ਸੀ, ਪਰ ਲੋਕਾਂ ਨੂੰ ਉਹਦੀ ਬਾਤ ਗਵਾਰਾ ਨਾ ਹੋਈ। ਉਹਦੀ ਚਮੜੀ ਉਹਦੇੜ ਕੇ ਰੱਖ ਦਿੱਤੀ, ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਭਾਵੇਂ ਸ਼ਮਸ ਤਬਰੇਜ਼ ਸੀ ਤੇ ਭਾਵੇਂ ਸੂਲੀ ਤੇ ਟੰਗਿਆ ਜਿਸਨੂੰ, ਉਹ ਮਨਸੂਰ ਸੀ। ਦੂਸਰੀ ਤਰ੍ਹਾਂ ਦੇ ਸਤਵਾਦੀ ਦੁਨੀਆ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ
ਜਿਨ੍ਹਾਂ ਨੇ ਸਤ ਨੂੰ ਜਾਣਿਆ ਤੇ ਡੰਕੇ ਦੀ ਚੋਟ ਤੇ ਕਹਿ ਦਿੱਤਾ ਦਸੇ ਗੁਰੂ ਸਹਿਬਾਨਾਂ ਨੇ, ਬਾਬਰ ਨੂੰ ਜਾਬਰ ਕਹਿਣ ਦਾ ਹੀਆ ਕੇਵਲ ਗੁਰੂ ਰੂਪੀ ਸਤਿਵਾਦੀ ਦੇ ਪਾਸ ਹੈ, ਹੋਰ ਕਿਸੇ ਦੇ ਪਾਸ ਨਹੀਂ। ਸ਼ਰੇਆਮ ਰਾਜੇ ਲੋਕ ਜੋ ਕੁਤਾਈਆਂ ਕਰਦੇ ਸਨ, ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਕਹਿਣ ਵਾਲਾ ਕੇਵਲ ਸਤਿਗੁਰੂ ਗੁਰੂ ਨਾਨਕ ਹੈ, ਜਿਨ੍ਹਾਂ ਨੇ ਡੰਕੇ ਦੀ ਚੋਟ ਤੇ ਕਿਹਾ ਰਾਜੇ ਸ਼ੀਹੀ ਮੁਕੱਦਮ ਕੁੱਤੇ। ਰਾਜਿਆਂ ਨੂੰ ਕੁੱਤੇ ਕਿਹਾ, ਜਿਹੜੇ ਜ਼ਾਲਮ ਰਾਜੇ ਹਾਕਮਰਾਨ ਜਿਹੜੇ ਹਕੂਮਤ ਕਰਦੇ ਸਨ, ਹਾਕਮਰਾਨਾਂ। ਇਹ ਜ਼ੁਰਤ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਅੰਦਰ, ਜਿਨ੍ਹਾਂ ਨੇ ਬਾਬਰ ਦੇ ਮੂੰਹ ਤੇ ਉਹਨੂੰ ਜਾਬਰ ਕਿਹਾ, ਔਰ ਜਿਨ੍ਹਾਂ ਨੇ ਐਸੇ ਹਕੂਮਤ ਕਰਨ ਵਾਲੇ ਹੁਕਮਰਾਨਾਂ ਨੂੰ ਕੁੱਤੇ ਤੱਕ ਕਹਿ ਦਿੱਤਾ ਰਾਜੇ ਸ਼ੀਹੀ ਮੁਕੱਦਮ ਕੁੱਤੇ। ਇਹ ਜਿਗਰਾ ਕੇਵਲ ਤੇ ਕੇਵਲ ਸਤਿਗੁਰੂ ਦੇ ਪਾਸ ਹੈ ਤੇ ਗੁਰੂ ਕੇ ਸਿੱਖਾਂ ਦੇ ਪਾਸ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਦੇ ਸਿੱਖ ਨੇ ਤੇ ਉਹਨਾਂ ਨੇ ਡੰਕੇ ਦੀ ਚੋਟ ਤੇ ਕਿਹਾ ਰਾਜੇ ਪਾਪ ਕਮਾਵੰਦੇ ਉਲਟੀ ਵਾੜ ਖੇਤ ਕੋ ਖਾਈ। ਇਹ ਸਤਵਾਦੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਬੰਦੇ ਨੇ, ਵਿਚਾਰਵਾਨਾਂ ਨੇ। ਇੱਕ ਉਹ ਜਿਨ੍ਹਾਂ ਨੇ ਸਤ ਨੂੰ ਜਾਣਿਆ, ਸਤ ਵਿੱਚ ਲੀਨ ਹੋ ਗਏ ਤੇ ਉਹਨਾਂ ਸਤ ਦਾ ਹੋਕਾ ਡੰਕੇ ਦੀ ਚੋਟ ਤੇ ਦਿੱਤਾ, ਭਾਵੇਂ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਭਾਵੇਂ ਤੱਤਾ ਰੇਤਾ ਸੀਸ ਵਿੱਚ ਪਾਇਆ ਗਿਆ, ਭਾਵੇਂ ਤੱਤੇ ਪਾਣੀ ਦੇ ਵਿੱਚ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਉਬਾਲਿਆ ਗਿਆ, ਪਰ ਉਹ ਟਸ ਤੋਂ ਮਸ ਨਹੀਂ ਹੋਏ, ਸੱਚ ਕਹਿਣ ਤੋਂ ਟਲੇ ਨਹੀਂ ਤੇ ਹਟੇ ਨਹੀਂ ਤੇ ਕੁਰਬਾਨੀ ਕਰ ਗਏ। ਇਸੇ ਤਰ੍ਹਾਂ ਸੱਚ ਨੂੰ ਕਿਹਾ ਦਸੇ ਗੁਰੂ ਸਹਿਬਾਨਾਂ ਨੇ, ਕਿਉਂਕਿ ਆਦਿ ਕਾਲ ਤੋਂ ਝਗੜਾ ਸੱਚ ਤੇ ਝੂਠ ਦਾ ਚੱਲੇ ਆ ਰਿਹਾ ਤੇ ਜਦੋਂ ਤੱਕ ਸ੍ਰਿਸ਼ਟੀ ਰਹੇਗੀ ਇਹ ਲੜਾਈ ਇਸੇ ਤਰ੍ਹਾਂ ਜਾਰੀ ਰਹੇਗੀ। ਕੂੜ ਨੂੰ ਕਦੇ ਸੱਚ ਪਸੰਦ ਹੀ ਨਹੀਂ, ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਕੂੜ ਦੇ ਤੇ ਭਾਂਬੜ ਲੱਗ ਜਾਂਦੇ ਨੇ। ਜਦੋਂ ਕੋਈ ਸਤਵਾਦੀ ਸੱਚ ਬੋਲਦਾ ਹੈ ਫਿਰ ਉਹਨਾਂ ਸਤਵਾਦੀਆਂ ਨੂੰ ਹਕੂਮਤ ਨੇ, ਹੁਕਮਰਾਨਾਂ ਨੇ, ਕਿਸੇ ਨੇ ਅੱਤਵਾਦੀ ਕਿਹਾ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕਿਹਾ। ਆਦਿ ਕਾਲ ਤੋਂ ਇਹ ਲੜਾਈ ਹੈ ਸਤ ਤੇ ਸੱਤਾ ਦੀ। ਸੱਤਾਧਾਰੀਆਂ ਨੂੰ ਕਦੇ ਵੀ ਸਤਵਾਦੀ ਪਸੰਦ ਨਹੀਂ ਆਏ। ਬਸ ਆਹੀ ਝਗੜਾ ਸੀ। ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਉਹਦਾ ਮੁੱਖ ਕਾਰਨ ਕੇਵਲ ਤੇ ਕੇਵਲ ਇਹੀ ਸੀ। ਪਰ ਸਾਹਿਬ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਤਤੀ ਤਵੀ ਤੇ ਬਹਿ ਕੇ ਵੀ ਹੋਕਾ ਦੇ ਰਹੇ ਨੇ, ਤੇਰਾ ਕੀਆ ਮੀਠਾ ਲਾਗੇ, ਤੇਰਾ ਕੀਆ ਮੀਠਾ ਲਾਗੇ। ਹਰ ਨਾਮ ਪਦਾਰਥ ਨਾਨਕ ਮੰਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਝਗੜਾ ਲੜਾਈ ਸੱਚ ਤੇ ਝੂਠ ਦੀ, ਕੂੜ ਦੀ, ਸਤ ਤੇ ਸੱਤਾ ਦੀ, ਇਹ ਜੰਗ ਇਸੇ ਤਰ੍ਹਾਂ ਆਦਿ ਕਾਲ ਤੋਂ ਜਾਰੀ ਹੈ। ਪੂਰਾ ਬਨਾਰਸ ਇੱਕ ਸਤਵਾਦੀ ਭਗਤ ਨੂੰ ਪਾਗਲ ਕਹਿ ਰਿਹਾ, ਪਾਗਲ।
ਜਦ ਕਿ ਪੂਰੇ ਬਨਾਰਸ ਦੇ ਵਿੱਚ ਉਹ ਇੱਕੋ ਇੱਕ ਮਹਾਂਪੁਰਖ ਹੈ, ਧੰਨ ਭਗਤ ਕਬੀਰ ਜੀ, ਜਿਨ੍ਹਾਂ ਤੋਂ ਸਿਆਣਾ ਕੋਈ ਨਹੀਂ। ਪਰ ਝੂਠਿਆਂ ਨੇ, ਕੂੜ ਦੇ ਪੁਜਾਰੀਆਂ ਨੇ ਉਸੇ ਸਤਵਾਦੀ ਨੂੰ ਪਾਗਲ ਤੱਕ ਕਹਿ ਦਿੱਤਾ ਸੀ। ਭਗਤ ਕਬੀਰ ਜੀ ਨੇ ਬਾਣੀ ਦੇ ਅੰਦਰ ਇਹ ਸਾਰਾ ਖੁਲਾਸਾ ਕੀਤਾ ਹੈ, ਮੇਰੇ ਬਾਬਾ ਮੈਂ ਬੌਰਾ ਸਭ ਖਲਕ ਸਿਆਣੀ ਮੈਂ ਬੌਰਾ। ਸਤਵਾਦੀ ਹੈ ਮਨਸੂਰ, ਤੇ ਮਨਸੂਰ ਨੂੰ ਸੂਲੀ ਚਾੜਿਆ। ਜਿਸ ਵਕਤ ਮਨਸੂਰ ਨੂੰ ਸੂਲੀ ਚਾੜਨ ਲੱਗੇ ਤਾਂ ਮਨਸੂਰ ਦੇ ਪੀਰੋ ਮੁਰਸ਼ਦ ਜ਼ੁਨੈਦ ਬਗਦਾਦੀ ਉਦੋਂ ਉਸ ਥਾਂ ਤੇ ਪਹੁੰਚਦੇ ਰਹੇ। ਉਹਨਾਂ ਨੇ ਬੜੇ ਕਮਾਲ ਦੇ ਲਫ਼ਜ਼ ਕਹੇ। ਉਹ ਕਹਿਣ ਲੱਗੇ, ਪੁੱਤਰ ਮਨਸੂਰ, ਮੈਂ ਤੈਨੂੰ ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ ਸਮਝਾਇਆ ਸੀ ਕਿ 1000 ਝੂਠੇ ਬੰਦਿਆਂ ਦੀ ਭੀੜ ਦੇ ਵਿੱਚ ਇੱਕ ਸੱਚਾ ਬੰਦਾ ਵੀ ਝੂਠਾ ਸਾਬਤ ਹੋ ਜਾਂਦਾ ਹੈ, ਕਿਉਂਕਿ ਉਹਨਾਂ ਦੀ ਬਹੁ ਗਿਣਤੀ ਹੈ। 1000 ਗਲਤ ਬੰਦੇ ਇਕੱਠੇ ਹੋਣ ਤੇ ਇੱਕ ਸਹੀ ਬੰਦੇ ਨੂੰ 1000 ਗਲਤ ਬੰਦੇ ਗਲਤ ਸਾਬਤ ਕਰਕੇ ਵਿਖਾ ਦਿੰਦੇ ਨੇ। ਉਸ ਵਕਤ ਜੋ ਜ਼ੁਨੈਦ ਬਗਦਾਦੀ ਪੀਰ ਨੇ ਬੋਲੇ, ਉਹ ਕਹਿਣ ਲੱਗੇ, ਪੁੱਤਰ ਮਨਸੂਰ, ਗਲਤੁਲ ਆਮ ਸਹੀ, ਗਲਤੁਲ ਆਮ ਸਹੀ। ਇੱਕ ਸਹੀ ਬੰਦਾ ਵੀ ਗਲਤ ਸਾਬਤ ਕਰ ਦਿੰਦੇ ਨੇ। ਜਦੋਂ ਗਲਤ ਬੰਦਿਆਂ ਦੀ ਬਹੁਤਾਤ ਹੋਵੇ ਤੇ ਕਹਿਣ ਲੱਗੇ, ਪੁੱਤਰਾ ਦੁਨੀਆ ਵਿੱਚ ਸਤਵਾਦੀ ਤੇਰੇ ਵਰਗੇ ਬਿਰਲੇ ਨੇ, ਟਾਵੇਂ ਨੇ, ਤੇ ਇਹ ਸਭ ਕੂੜਵਾਦੀ, ਕੂੜ ਦੇ ਪੁਜਾਰੀ ਨੇ। ਇਹਨਾਂ ਨੂੰ ਦੱਸ ਸੱਤ ਕਦੋਂ ਪਾਏਗਾ? ਆ ਵੇਖ ਹਸ਼ਰ ਸੱਤ ਬੋਲਣ ਦਾ। ਹੁਣ ਸੂਲੀ ਤੇਰੇ ਲਈ ਤਿਆਰ ਹੈ, ਤੈਨੂੰ ਮੌਤ ਦੇ ਘਾਟ ਉਤਾਰਨ ਜਾ ਰਹੇ ਨੇ। ਤੇ ਹੱਸ ਕੇ ਉਹ ਸਤਵਾਦੀ ਜਿਹੜੇ ਨੇ ਉਹ ਸੂਲੀਆਂ ਤੇ ਵੀ ਚੜ ਗਏ। ਫਾਂਸੀ ਦੇ ਤਖਤੇ ਤੇ, ਫਾਂਸੀ ਦੇ ਬੰਦੇ ਉਹਨਾਂ ਸਤਵਾਦੀਆਂ ਨੇ ਭਾਵੇਂ ਪੁਰਾਣਾ ਇਤਿਹਾਸ ਤੇ ਭਾਵੇਂ ਅਜੋਕੇ ਸਮੇਂ ਦੀ ਬਾਤ ਹੈ, ਉਹਨਾਂ ਗੁਰੂ ਕੇ ਪਿਆਰਿਆਂ ਨੇ, ਗੁਰੂ ਕੇ ਸਿੱਖਾਂ ਨੇ ਹੱਸ ਕੇ ਫਾਂਸੀ ਦੇ ਫੰਦੇ ਵੀ ਆਪਣੇ ਗਲ ਵਿੱਚ ਪਵਾਏ, ਕੁਰਬਾਨੀਆਂ ਕਰ ਗਏ, ਪਰ ਸੱਤ ਦੇ ਮਾਰਗ ਤੋਂ ਥਿੜਕੇ ਨਹੀਂ। ਅੱਜ ਜੋ ਦੁਨੀਆ ਭਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਇਹਦਾ ਇਹੋ ਇੱਕੋ ਇੱਕ ਹੋਕਾ ਹੈ ਪੂਰੀ ਦੁਨੀਆ ਦੇ ਅੰਦਰ ਕਿ ਭਾਵੇਂ ਕੁਰਬਾਨੀ ਕਰਨੀ ਪੈ ਜਾਵੇ ਮੇਰੇ ਸਿੱਖੋ, ਪਰ ਕਦੇ ਸੱਤ ਦੇ ਮਾਰਗ ਤੋਂ ਥਿੜਕਿਓ ਨਾ। ਤੁਹਾਨੂੰ ਥਿੜਕਾਉਣ ਦੇ ਯਤਨ ਬਹੁਤ ਹੋਣਗੇ, ਪਰ ਤੁਸੀਂ ਉਸ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਰਹਿੰਦੇ ਆ, ਸੱਤ ਦਾ ਪੱਲਾ ਨਹੀਂ ਛੱਡਣਾ। ਇਹ ਸਬਕ ਹੈ ਅੱਜ ਦੇ ਇਸ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਉੱਪਰ ਆਓ। ਲੜੀਵਾਰ ਕਥਾ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਭਾਈ ਵਾਲਾ ਜੀ, ਭਾਈ ਮਰਦਾਨਾ ਜੀ ਦੇ ਸਹਿਤ ਸੰਗਲਾ ਦੀ ਰਾਜਾ ਸ਼ਿਵਨਾਗ ਦੇ ਬਾਗ ਵਿੱਚ ਪਹੁੰਚ ਚੁੱਕੇ ਨੇ। ਰਾਜੇ ਸ਼ਿਵਨਾਗ ਨੇ ਬੜੇ ਇਮਤਿਹਾਨ ਲਏ, ਬੜੇ ਪਤਿਆਵੇ ਲਏ ਗੁਰੂ ਨਾਨਕ ਸਾਹਿਬ ਦੇ। ਕਦੇ ਉਸਨੇ ਸਾਹਿਬ ਦੇ ਚਰਨਾਂ ਵਿੱਚ ਹੀਰੇ ਮੋਤੀ ਘੱਲੇ, ਤੇ ਕਦੇ ਉਹਨੇ ਰੇਸ਼ਮੀ ਵਸਤਰ ਘੱਲੇ,
ਕਦੇ ਸੋਹਣੇ ਸੋਹਣੇ ਪਕਵਾਨ ਘੱਲੇ ਤੇ ਕੜੇ ਅਪਸਰਾਵਾਂ ਵਰਗੀਆਂ ਇਸਤਰੀਆਂ ਘੱਲੀਆਂ ਕਿ ਸ਼ਾਇਦ ਇਹ ਸੰਤ ਜੋ ਹੈ, ਕਿਉਂਕਿ ਸੰਤ ਸਤਵਾਦੀ ਹੈ, ਹੋ ਸਕਦਾ ਹੈ ਇਹ ਸਤਵਾਦੀ ਸਤ ਦੇ ਮਾਰਗ ਤੋਂ ਥਿੜਕ ਜਾਵੇ, ਪਰ ਸਾਹਿਬ ਅਡੋਲ ਰਹੇ। ਰਾਜਾ ਸ਼ਿਵ ਨਾਮ ਖੁਦ ਚੱਲ ਕੇ ਆਇਆ, ਮਹਾਰਾਜ ਜੀ ਦੇ ਦਰਸ਼ਨ ਕੀਤੇ, ਮਨ ਨੂੰ ਧੀਰਜ ਪ੍ਰਾਪਤ ਹੋਇਆ, ਮਨ ਦਾ ਟਿਕਾਓ, ਮਨ ਦਾ ਸਕੂਨ ਪ੍ਰਾਪਤ ਹੋਇਆ। ਪਰ ਵਿਚਾਰਨ ਲੱਗਾ ਵੀ ਅੱਜ ਦੀ ਰਾਤ ਇੱਕ ਹੋਰ ਪਰਖ ਜੇ ਕਰ ਲਈ ਜਾਵੇ। ਇੰਜ ਵਿਚਾਰ ਕੇ ਰਾਜਾ ਸ਼ਿਵ ਨਾਗ ਵਾਪਸ ਆਪਣੇ ਮਹਿਲਾਂ ਵਿੱਚ ਪਰਤਦੇ ਨੇ। ਰਾਤ ਹੁੰਦੀ ਹੈ ਤਾਂ ਰਾਜਾ ਸ਼ਿਵ ਨਾਗ ਜਿਹੜੀਆਂ ਸੁੰਦਰ ਅਪਸਰਾਵਾਂ ਤੋਂ ਵੀ ਵੱਧ ਇਸਤਰੀਆਂ ਸਨ, ਉਹਨਾਂ ਨੂੰ ਆਪਣੇ ਪਾਸ ਬੁਲਾਉਂਦਾ। ਆਓ ਇਸ ਤੋਂ ਅੱਗੇ ਸਾਹਿਬ ਦੀ ਕਥਾ ਜਿਵੇਂ ਆਖ ਰਹੀ ਹੈ ਤਿਵੇਂ ਸ਼ਰਵਣ ਕਰੀਏ ਜੀ। ਰੈਣ ਭਏ ਪਦਮਨ ਬੁਲਵਾਈ, ਜਦੋਂ ਰਾਤ ਹੋਈ ਤਾਂ ਰਾਜਾ ਸ਼ਿਵ ਨਾਮ ਨੇ ਪਦਮਨੀ ਇਸਤਰੀਆਂ ਬੁਲਾਈਆਂ। ਭੂਪਤ ਤੇਰੇ ਸੋ ਗਿਰਾ ਹਲਾਈ, ਰਾਜਾ ਉਹਨਾਂ ਇਸਤਰੀਆਂ ਨੂੰ ਕਹਿਣ ਲੱਗਾ, ਸੁੰਦਰ ਸਖੀਆਂ ਲੈ ਕਰ ਸੰਗਾ। ਕਹਿਣ ਲੱਗਾ ਸੁਣੋ ਤੁਸੀਂ ਆਪਣੀਆਂ ਤਮਾਮ ਸਖੀਆਂ ਸੁੰਦਰ ਸਹੇਲੀਆਂ ਨਾਲ ਲੈ ਕੇ ਆਹੇ ਸੰਤ ਉਪਜਾਉ ਅਨੰਗਾ। ਉਹ ਜਿਹੜਾ ਸੰਤ ਆਇਆ ਮੇਰੇ ਬਾਗ ਵਿੱਚ, ਜਿਹਨੇ ਸੁੱਕਾ ਬਾਗ ਵੀ ਹਰਿਆ ਭਰਿਆ ਕਰ ਦਿੱਤਾ, ਜੋ ਸਤਵਾਦੀ ਹੈ, ਯਤਨ ਕਰੋ ਉਹਨੂੰ ਸਤ ਦੇ ਮਾਰਗ ਤੋਂ ਥਿੜਕਾਉਣ ਦਾ। ਵੇਖੋ ਉਹ ਥਿੜਕਦੇ ਹਨ ਕਿ ਨਹੀਂ। ਇਨ ਸੁਨ ਨਵ ਸਤ ਕੀਨ ਸੁਧਾਰਾ, ਕਹਿੰਦੇ ਰਾਜੇ ਦਾ ਹੁਕਮ ਸੁਣ ਕੇ ਉਹਨਾਂ ਤਮਾਮ ਸੁੰਦਰ ਇਸਤਰੀਆਂ ਨੇ 16 ਪ੍ਰਕਾਰ ਦੇ ਸ਼ਿੰਗਾਰ ਕੀਤੇ ਹਨ। ਭੂਖਨ ਵਟ ਸੁਠ ਅੰਨ ਡਾਰਾ, ਭੂਖਨ ਗਹਿਣੇ ਸੋਹਣੇ ਸੋਹਣੇ ਕੀਮਤੀ ਵਸਤਰ ਉਹਨਾਂ ਆਪਣੇ ਤਨ ਤੇ ਧਾਰਨ ਕੀਤੇ ਹਨ। ਉਪਵਨ ਵਿਖਿਆਨ ਤਤਪਾਲਾ, ਬਾਗ ਵਿੱਚ ਪਹੁੰਚ ਗਈਆਂ ਕਾਲੀ ਦੇ ਨਾਲ। ਫੌਰਨ ਰੂਪ ਅਨੂਪਮ ਚਿਰ ਵਿਸਾਲਾ, ਬਹੁਤ ਸੁੰਦਰ ਜਿਨ੍ਹਾਂ ਦੇ ਸਰੂਪ ਨੇ, ਚਿਹਰੇ ਨੇ, ਮਲਿਕੇ ਹੁਸਨ ਹਨ, ਮਾਨੋ ਹੁਸਨ ਦੀਆਂ ਮਲਿਕਾਵਾਂ ਹਨ। ਜਿਵੇਂ ਇਤਨੇ ਸੁੰਦਰ ਸਰੂਪ ਹਨ। ਗੌਰ ਰੰਗ ਕੰਚਨ ਗਜਗੌਨੀ, ਗੋਰੇ ਰੰਗ ਸੋਨੇ ਵਰਗੀ ਕਾਇਆ, ਔਰ ਉਹਨਾਂ ਦੀ ਜਿਹੜੀ ਤੋਰ ਹੈ ਉਹ ਗੱਜ ਗੌਨੀ ਹੈ, ਜਿਵੇਂ ਹਾਥੀ ਦੀ ਚਾਲ ਹੁੰਦੀ ਏ। ਕੱਚ ਪਿਚਕ ਜਨ ਤੰਦਰ ਪਸ਼ੂਨੀ, ਤੇ ਕੇਸ ਉਹਨਾਂ ਦੇ ਵਾਲ ਉਹਨਾਂ ਦੇ ਬਿਲਕੁਲ ਕਾਲੇ, ਮਾਨੋ ਜਿਵੇਂ ਮਦਨ ਕੁਮਾਰ ਦੀਆਂ ਕਾਮਦੇਵ ਦੀਆਂ ਧੀਆਂ ਹੋਵਣ। ਦੀਨ ਅਰੋਜਨ ਖੰਜਨ ਨੈਨੀ, ਔਰ ਉਹਨਾਂ ਦੇ ਜਿਹੜੇ ਨੈਣ ਨੇ, ਨੇਤਰ ਨੇ, ਉਹ ਖੰਜਨ ਮਮੂਲੇ ਵਰਗੀਆਂ ਅੱਖੀਆਂ ਹਨ। ਕੱਟ ਜਨ ਸੀਨ ਕੋਕਲਾ ਵੈਨੀ, ਜਿਨ੍ਹਾਂ ਦੇ ਕੰਨ ਵਿੱਚ ਜਿਹੜੀ ਆਵਾਜ਼ ਹੈ ਉਹ ਕੋਕਿਲਾ, ਕੋਇਲ ਵਰਗੀਆਂ ਮਿੱਠੀਆਂ ਸੋਹਣੀਆਂ ਜਿਨ੍ਹਾਂ ਦੀਆਂ ਆਵਾਜ਼ਾਂ
ਖਾਨ ਵਰਖ ਚਤੁਰਦਸ ਕੀ ਇਹ ਵੈਸਾ ਕਹਿੰਦੇ ਕਿਸੇ ਦੀ ਉਮਰ 14 ਸਾਲ, ਕਿਸੇ ਦੀ ਉਮਰ 16 ਵਰੇ ਦੀ ਹੈ। ਉਹ ਖੋੜਸ ਕੀ ਰੂਪ ਸੁਦੇਸਾ ਕੋਈ ਖੋੜਸ ਦੀ, ਕੋਈ 16 ਸਾਲ ਦੀ ਸੁੰਦਰ ਰਾਜਕੁਮਾਰੀ ਜੈਸੀ ਲੱਗਦੀ ਏ। ਚਲਤ ਹੋਤ ਭੂਖਨ ਝਨਕਾਰਾ ਜਦੋਂ ਤੁਰਦੀਆਂ ਨੇ ਉਹ ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ ਹੋਈਆਂ ਨੇ ਤਾਂ ਉਹਨਾਂ ਗਹਿਣਿਆਂ ਦੀ ਆਵਾਜ਼ ਝਨਕਾਰ ਹੁੰਦੀ ਹੈ। ਮਨੋ ਮਦਨ ਕੋ ਬਜਤ ਨਗਾਰਾ ਮਾਨੋ ਜਿਵੇਂ ਮਦਨ ਦਾ ਨਗਾਰਾ ਵੱਜਦਾ ਹੈ, ਮਾਨੋ ਜਿਵੇਂ ਕਾਮਦੇਵ ਦਾ ਧੌਂਸਾ ਵੱਜਦਾ ਹੈ, ਜਿਵੇਂ ਲਕਸ਼ਮਣ ਜੀ ਦੇ ਕੰਨਾਂ ਦੇ ਵਿੱਚ ਨੂਪਰਾਂ ਦੀ ਆਵਾਜ਼ ਪਈ ਤੇ ਕਹਿਣ ਲੱਗੇ ਭਰਾਤਾ ਇਹ ਤੇ ਕਾਮਦੇਵ ਦਾ ਨਗਾਰਾ ਵੱਜਦਾ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹੋ ਜੀ ਉਹਨਾਂ ਦੀ ਮਾਨੋ ਦਸ਼ਾ ਅਸੀਂ, ਜਿਨ ਕੋ ਚਿਤਵਨ ਗਾਨ ਸੁਮਾਨਾ ਤੇ ਜਿਨ੍ਹਾਂ ਦੀ ਨਜ਼ਰ ਬੜੀ ਤਿਰਛੀ ਸੀ, ਬੜੀ ਟੇਢੀ ਨਜ਼ਰ ਨਾਲ ਉਹ ਤੱਕਦੀਆਂ ਸਨ। ਪ੍ਰਗਟੀ ਕੁਟਲ ਧਨਕ ਬਰਮਾਨਾ ਉਹਨਾਂ ਦੀ ਪਿਰਕੁਟੀ ਜਿਹੜੇ ਭਰਪੱਟੇ ਸਨ ਉਹ ਕਮਾਨ ਵਾਂਗ ਸਨ। ਮਨੋ ਭੂਪ ਇਕ ਕੀਨ ਬਹਾਨਾ ਮਾਨੋ ਜਿਵੇਂ ਇਹ ਬਹਾਨਾ ਹੀ ਕੀਤਾ ਹੈ ਉਸ ਰਾਜੇ ਸ਼ਿਵਨਾਭ ਨੇ। ਆਵਾ ਮਦਨ ਕਰਨ ਪਤਿਆਨਾ ਖੁਦ ਜਿਵੇਂ ਵਿਸ਼ਿਆਂ ਦਾ ਮਾਲਕ ਆਪ ਪਤਿਆਵਾ ਲੈਣ ਵਾਸਤੇ ਆਇਆ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਜੈ ਅਰਵਿੰਦ ਬਿਲੋਚਨ ਰਾਜਤ ਜਿੱਥੇ ਕਮਲ ਵਰਗੇ ਨੇਤਰ ਨੇ ਜਿਸ ਸਾਹਿਬ ਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਿੱਥੇ ਵਿਰਾਜ ਰਹੇ ਨੇ ਬਾਗ ਵਿੱਚ, ਤਹਿ ਵੈਸੀ ਜਿਨ ਬਿਖ ਰਚ ਰਾਜਤ ਕਹਿੰਦੇ ਉੱਥੇ ਆ ਕੇ ਬਹਿ ਗਈਆਂ ਜਿਨ੍ਹਾਂ ਨੂੰ ਵੇਖ ਕੇ ਮਾਨੋ ਇੰਦਰ ਦੀ ਸਭਾ ਵੀ ਲੱਜਿਤ ਹੁੰਦੀ ਹੈ। ਕਰ ਕਲਮਨ ਛੂ ਚਰਨ ਕੰਦਾ ਕਹਿੰਦੇ ਸਾਹਿਬ ਜੀ ਦੇ ਮੁਬਾਰਕ ਚਰਨ ਉਹ ਆਪਣੇ ਹੱਥਾਂ ਨਾਲ ਸਪਰਸ਼ ਕਰਨ ਲੱਗੀਆਂ, ਦਬਾਉਣ ਲੱਗੀਆਂ। ਜਾਪਤ ਵੀ ਧਰਨ ਦੇ ਅਨੰਦਾ ਕਹਿੰਦੇ ਜਦੋਂ ਮੁੱਠੀ ਚਾਪੀ ਗੁਰੂ ਨਾਨਕ ਸਾਹਿਬ ਦੇ ਮੁਬਾਰਕ ਚਰਨਾਂ ਦੀ ਉਹ ਕਰਨ ਲੱਗੀਆਂ। ਮੰਦ ਮੰਦ ਕਰ ਮੁਖ ਮੁਸਕਾਵਨ ਤੇ ਮੰਦ ਮੰਦ ਮੁਖੋਂ ਮੁਸਕਰਾਉਂਦੀਆਂ ਨੇ ਗੁਰੂ ਨਾਨਕ ਸਾਹਿਬ ਵੱਲ ਤੱਕ ਕੇ। ਬੜੇ ਹਾਵ ਭਾਵ ਉਹਨਾਂ ਕੀਤੇ। ਜੈ ਤਹਿ ਮਦਨ ਵਡਾਵਣ ਉਹ ਚਾਹੁੰਦੀਆਂ ਨੇ ਕਿ ਕਿਵੇਂ ਨਾ ਕਿਵੇਂ ਸਾਹਿਬ ਦੇ ਅੰਦਰ ਅਸੀਂ ਵਿਸ਼ੇ ਨੂੰ ਬੜਾਵਾ ਦੇ ਸਕੀਏ। ਹਰ ਕਟਾਖ ਗੁਰ ਔਰ ਨਿਹਾਰੀ ਕਹਿੰਦੇ ਐ ਟੇਢੀਆਂ ਅੱਖਾਂ ਕਰਕੇ ਗੁਰੂ ਨਾਨਕ ਸਾਹਿਬ ਵੱਲ ਨੂੰ ਤੱਕਦੀਆਂ ਨੇ ਕਿਉਂਕਿ ਉਹਨਾਂ ਦਾ ਪੇਸ਼ਾ ਸੀ। ਉਹ ਆਈਆਂ ਹੀ ਇਹੋ ਕੁਝ ਕਰਨ ਸਨ। ਮਦਰ ਮਿਦੁਲ ਮੁਖ ਗਿਰਾ ਉਚਾਰੀ ਕਹਿੰਦੇ ਫੇਰ ਕੋਮਲ ਮੁਖੜੇ ਤੋਂ ਇਹ ਬੋਲੇ ਮਨੋ ਕਾਮ ਕੀ ਬਾਜੀ ਬਿਨਾ ਮਾਨੋ ਜਿਵੇਂ ਕਾਮ ਦੀ ਵੀਣਾ ਵੱਜੀ, ਕਿਉਂਕਿ ਉਹਨਾਂ ਦੇ ਬੋਲ ਬੜੇ ਮਿੱਠੇ ਸਨ। ਜੋ ਸੁਰ ਮਨ ਕੋ ਕਰਤ ਅਧੀਨਾ ਜਿਹੜੀਆਂ ਬੜੇ ਤੋਂ ਬੜੇ ਦੇਵਤਿਆਂ ਨੂੰ, ਬੜੇ ਤੋਂ ਬੜੇ ਮੁਨੀਆਂ ਨੂੰ, ਤਪੀਸ਼ਵਰਾਂ ਨੂੰ ਵੀ ਮਾਨੋ ਉਹ ਆਪਣੇ ਅਧੀਨ ਕਰ ਲੈਂਦੀਆਂ ਸਨ। ਸੁਣੋ ਸੰਤ ਜੀ ਬਚਨਨ ਪੂਰੇ ਸਾਹਿਬ ਨੂੰ ਪਤਾ ਕੀ ਕਹਿੰਦੀਆਂ?
ਕਹਿਣ ਲੱਗੀਆਂ, ਹੈ ਸੰਤ ਜੀ ਸੁਣੋ, ਤੁਸੀਂ ਬਚਨਾਂ ਦੇ ਪੂਰੇ ਹੋ, ਮਹਾਪੁਰਸ਼ ਹੋ, ਸੰਤ ਹੋ, ਤਪੀਸ਼ਵਰ ਹੋ। ਹਉ ਆਈ ਦਰਸ਼ਨ ਹਿਤ ਲੋਏ। ਅਸੀਂ ਤੁਹਾਡੇ ਸੋਹਣੇ ਦਰਸ਼ਨਾਂ ਲਈ ਚੱਲ ਕੇ ਆਈਆਂ ਹਾਂ। ਸਭ ਆ ਵੇਖੋ, ਇੱਕ ਨਹੀਂ ਅਸੀਂ ਕਿੰਨੀਆਂ ਤੇ ਤੁਹਾਡੇ ਦਰਸ਼ਨਾਂ ਲਈ ਇਹ ਮਹਾਪੁਰਸ਼ੋ ਚੱਲ ਕੇ ਆਈਆਂ ਹਾਂ। ਕੇਵਲ ਦਰਸ਼ਨਾਂ ਲਈ ਨਹੀਂ, ਤੁਹਾਡੀ ਸੇਵਾ ਕਰਨੀ ਚਾਹੁੰਦੇ ਹਾਂ। ਅਸੀਂ ਸਾਰੀ ਰਾਤ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਸੀਂ ਸ਼ੰਕਾ ਤਜੀਏ ਬਦਨ ਬੇਅੰਤੇ। ਇਹ ਚੰਦਰਮਾ ਵਰਗੇ ਮੁਖੜੇ ਵਰਗੇ ਮਹਾਂਪੁਰਸ਼ੋ, ਤਮਾਮ ਸ਼ੰਕੇ ਛੱਡ ਦਿਓ। ਹੁਣ ਤੁਸੀਂ ਆਮੇ ਬਿਲੋਕ ਬਟਾਖਣ ਬੰਤੇ। ਤੇ ਵੇਖੋ ਸਾਡੇ ਵੱਲ ਵੇਖੋ। ਤੁਸੀਂ ਤੇ ਸਾਡੇ ਵੱਲ ਤੱਕਦੇ ਕੋਈ ਨਹੀਂ। ਇਸ ਤ੍ਰਿਲ ਮਹਿ ਜੋ ਪਦਮਨ ਜਾਤੀ। ਕਹਿਣ ਲੱਗੀਆਂ, ਮਹਾਂਪੁਰਸ਼ੋ ਅਸੀਂ ਪਤਾ ਕੌਣ ਆ? ਇਸਤਰੀਆਂ ਦੇ ਵਿੱਚ ਜਿਹੜੀ ਪਦਮਨੀ ਜਾਤੀ ਹੁੰਦੀ ਹੈ, ਸਭ ਤੋਂ ਸੁੰਦਰ ਇਸਤਰੀ, ਸੋ ਕੁਝ ਮਹਿ ਲਖਨ ਬਖਿਆਤੀ। ਉਹ ਮੇਰੇ ਵਿੱਚ ਸਾਰੇ ਲੱਛਣ ਨੇ ਵੇਖੋ, ਮੇਰਾ ਸਰੂਪ ਵੇਖੋ, ਮੇਰਾ ਹਾਵ ਭਾਵ ਵੇਖੋ, ਮੇਰੇ ਨੈਣ ਨਕਸ਼ ਵੇਖੋ। ਪਦਮਨੀ ਦੇ ਤਮਾਮ ਲੱਛਣ ਮੇਰੇ ਤਨ ਵਿੱਚ ਮੌਜੂਦ ਹਨ। ਸੁੰਦਰ ਮੋਰ ਕਠੋਰ ਪਰੋਜਾ। ਵੇਖੋ ਸੁੰਦਰ ਮੇਰਾ ਸਰੀਰ ਹੈ, ਕਰੋ ਸਪਰਸ਼ਨ ਪਾਨ ਸਰੋਜਾ। ਤੇ ਤੁਸੀਂ ਆਪਣੇ ਹੱਥਾਂ ਦੇ ਨਾਲ ਮੇਰੇ ਇਸ ਸੁੰਦਰ ਸਰੀਰ ਨੂੰ ਸਪਰਸ਼ ਕਰੋ। ਆਦਰ ਮਤਰ ਅੰਮ੍ਰਿਤ ਕੀ ਨਿਆਈ। ਵੇਖੋ ਸਾਰਾ ਮੇਰਾ ਸਰੂਪ, ਮੇਰਾ ਚਿਹਰਾ, ਮੇਰਾ ਮੁਖੜਾ ਬਿਲਕੁਲ ਤੁਹਾਡੇ ਸਾਹਮਣੇ ਹੈ ਜੀ। ਆਪ ਲਿਹੋ ਰਸ ਹੈ ਮਮ ਸਾਈ। ਤੇ ਵੇਖੋ ਤੁਸੀਂ ਮੇਰੇ ਸਾਈਂ ਬਣ ਜਾਓ, ਤੇ ਮੈਂ ਤੁਹਾਡੀ ਸੇਵਾ ਵਿੱਚ ਦਾਸੀ ਬਣ ਕੇ ਹਾਜ਼ਰ ਹਾਂ। ਰੁਚਰ ਸਰੂਪ ਅਨੂਪ ਅਮੁੱਲਾ। ਵੇਖੋ ਸੋਹਣਾ ਸਰੂਪ ਹੈ, ਅਮੋਲਕ। ਦਿਲ ਮਨ ਭਾਵਨ ਕਰੋ ਕੁਲੋਲਾ। ਤੁਹਾਡੀ ਜੋ ਇੱਛਾ, ਜੋ ਮਰਜ਼ੀ ਤੁਸੀਂ ਸਾਡੇ ਨਾਲ, ਜੋ ਤੁਹਾਡਾ ਜੀ ਚਾਹੇ ਉਹ ਕਲੋਲ ਕਰ ਸਕਦੇ ਹੋ ਜੀ। ਹੋਏ ਸਫਲਤਾ ਵੀ ਮਮ ਦੇਹਾ। ਮੈਂ ਸਮਝੂੰਗੀ ਕਿ ਮੇਰੀ ਦੇਹੀ ਸਫਲੀ ਹੋ ਗਈ ਜੇਕਰ ਤੁਸੀਂ ਮੈਨੂੰ ਆਪਣੀ ਖਿਦਮਤ ਵਿੱਚ ਹਾਜ਼ਰ ਕਰ ਲਵੋ। ਤਾਂ ਗ੍ਰਹਿਣ ਕਰੋ ਜਬ ਧਰ ਪੁਰ ਨੇਹਾ। ਜਦੋਂ ਤੁਸੀਂ ਨੇਹ ਧਾਰਨ ਕਰਕੇ ਮਨ ਦਾ ਮੈਨੂੰ ਗ੍ਰਹਿਣ ਕਰੋਗੇ, ਮੇਰਾ ਸਰੀਰ ਤੁਹਾਡੇ ਅੱਗੇ ਹਾਜ਼ਰ ਹੈ। ਮਹਾਪੁਰਸ਼ੋ ਕਿਰਪਾ ਸਿੰਧ ਕਰ ਕਿਰਪਾ ਵਿਸਾਲਾ। ਇਹ ਕਿਰਪਾ ਦੇ ਸਾਗਰ ਤੁਸੀਂ ਕਰਦੇ ਹੋ ਮੇਰੇ ਉੱਪਰ। ਇਹ ਕਿਰਪਾ ਪੂਰੋ ਸਰਦਾ ਕਰੋ ਨਿਹਾਲਾ। ਮੇਰੀ ਸ਼ਰਧਾ ਹੈ, ਮੈਂ ਚਾਹੁੰਦੀ ਹਾਂ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੂੰ ਕਿ ਤੁਸੀਂ ਮੇਰੀ ਸ਼ਰਧਾ ਪੂਰਨ ਕਰੋ, ਮੇਰੀ ਭਾਵਨਾ ਪੂਰੀ ਕਰੋ, ਮੈਨੂੰ ਨਿਹਾਲ ਕਰੋ। ਆਸ ਜਬ ਮਾਨੀ ਭਨੀ ਅਧੀਨਾ। ਕਹਿੰਦੇ ਜਦੋਂ ਇਸ ਪ੍ਰਕਾਰ ਦੇ ਹੋ, ਉਸ ਇਸਤਰੀ ਨੇ ਗੁਰੂ ਨਾਨਕ ਸਾਹਿਬ ਨੂੰ ਬੜੀ ਅਧੀਨਗੀ ਦੇ ਵਿੱਚ ਕਹੇ ਤਾਂ ਬੋਲੇ ਸ੍ਰੀ ਗੁਰੂ ਗੁਣੇ ਬਰਵੀਨਾ। ਕਹਿੰਦੇ ਫਿਰ ਸਾਹਿਬ ਸੱਚੇ ਪਾਤਸ਼ਾਹ ਗੁਣਾ ਦੇ ਸਾਗਰ ਪ੍ਰਵੀਨ ਸਤਿਗੁਰੂ, ਸਭ ਤੋਂ ਸਿਆਣੇ ਸਤਿਗੁਰੂ ਵਿਰਜ ਬੋਲੇ ਹਨ। ਸਤਨਾਮ ਸਿਮਰਹੁ ਸੁਖ ਭਾਰੀ। ਮਹਾਰਾਜ ਕਹਿੰਦੇ ਧੀਓ ਬੱਚੀਓ ਕਿੱਧਰ ਨੂੰ ਤੁਰੀਆਂ ਪਈਆਂ ਹੋ ਤੁਸੀਂ?
ਰਾਹੇ ਪਈਆਂ ਹੋ। ਮਹਾਰਾਜ ਕਹਿੰਦੇ ਰਾਹੇ ਪੈ ਜੋ ਰਾਹੇ। ਇੱਕ ਕੰਮ ਕਰੋ ਮੇਰੀਓ ਧੀਓ, ਤੁਸੀਂ ਸਿਮਰੋ ਸਤਿਨਾਮ ਵਾਹਿਗੁਰੂ। ਹੁਸਨ ਤੇ ਮਾਣ ਨਾ ਕਰੋ ਧੀਓ, ਜੋ ਹੁਸਨ ਦਾ ਮਾਲਕ ਹੈ ਸਾਈਂ ਪਰਮਾਤਮਾ ਦਾ ਚਿੰਤਨ ਕਰੋ। ਜਿਹਨੂੰ ਤੁਹਾਨੂੰ ਇਤਨਾ ਹੁਸਨ ਦਿੱਤਾ ਹੈ, ਹੁਸਨ ਦੀ ਮਲਕਾ ਬਣਾਇਆ, ਜਿਸ ਜਗਤ ਦੇ ਮਾਲਕ ਨੇ ਤੈਨੂੰ, ਤੂੰ ਉਹਦੀ ਸ਼ੁਕਰਗੁਜ਼ਾਰ ਹੋ ਪਲ ਪਲ। ਉਹਦਾ ਧੰਨਵਾਦ ਕਰ, ਉਹਦਾ ਸ਼ੁਕਰ ਕਰ ਕਿ ਮਿਹਰ ਹੈ ਇਹ ਹੁਸਨ ਦੇ ਮਾਲਕਾ, ਜੋ ਤੂੰ ਮੈਨੂੰ ਇਤਨਾ ਸੁਹੱਪਣ ਬਖਸ਼ਿਆ ਹੈ। ਇਹ ਸੁਹੱਪਣ, ਇਹ ਹੁਸਨ, ਇਹ ਸੁੰਦਰਤਾ ਉਹਦੀ ਦਾਤ ਹੈ ਬੱਚਿਓ। ਇਹਦੇ ਤੇ ਮਾਣ ਮਤ ਕਰੋ ਕਰੋ। ਸਫਲ ਜਨਮ ਕਰ ਲਿਓ ਇਹ ਬਾਰੀ, ਤੁਸੀਂ ਆਪਣਾ ਜਨਮ ਇੰਜ ਸਫਲ ਕਰੋ। ਆ ਕੀ ਵੀ ਸਰੀਰ ਸਪਰਸ਼ ਕਰਕੇ ਕਿਸੇ ਦੇ ਨਾਲ ਤੁਹਾਡੀ ਇਹ ਸੋਚ ਹੈ ਵੀ ਤੁਹਾਡਾ ਜਨਮ ਸਫਲਾ ਹੋ ਜਾਊ, ਇੰਜ ਤੇ ਤੁਹਾਡਾ ਜਨਮ ਭ੍ਰਿਸ਼ਟ ਹੋ ਜਾਊ ਤੇ ਨਾਲੇ ਦੂਸਰੇ ਦਾ ਵੀ। ਇਹ ਕੰਮ ਮਤ ਕਰੋ ਧੀਓ। ਜੇ ਜਨਮ ਸਫਲਾ ਕਰਨਾ ਹੈ ਤਾਂ ਪ੍ਰਭੂ ਦਾ ਸਿਮਰਨ ਕਰੋ ਸਵਾਸ ਸਵਾਸ। ਵਾਹਿਗੁਰੂ 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 ਵਾਹਿਗੁਰੂ। ਸਹਿ ਸਾਧ ਮਹਿ ਬੈਸ ਨਾ ਕੂਬੋ। ਮਹਾਰਾਜ ਕਹਿੰਦੇ ਵਿਸ਼ਿਆਂ ਦੇ ਸਵਾਦਾਂ ਵਿੱਚ ਆਪਣੀ ਉਮਰ ਨਾ ਲਗਾਓ। ਐਵੇਂ ਉਮਰ ਮਤ ਬਤੀਤ ਕਰੋ ਕਿ ਵਿਸ਼ੇ ਵਿਕਾਰਾਂ ਦੇ ਜਿਹੜੇ ਰਾਸ ਕਾਸ ਹਨ, ਇਹ ਧੀਓ ਆਪਣਾ ਜਨਮ ਬਰਬਾਦ ਮਤ ਕਰੋ। ਬੜਾ ਦੁਰਲਭ ਜਾਮਾ ਹੈ ਇਹ ਮਨੁੱਖਾ ਸਰੀਰ ਜੋ ਤੁਹਾਨੂੰ ਪ੍ਰਾਪਤ ਹੋਇਆ ਹੈ। ਇਹਨੂੰ ਸਫਲ ਕਰੋ, ਉਹਦੇ ਸ਼ੁਕਰਗੁਜ਼ਾਰ ਹੋ ਕੇ ਹਰ ਕੋ ਭਜੋ ਮੁਕਤ ਸਭ ਹੋ। ਮਹਾਰਾਜ ਕਹਿੰਦੇ ਪ੍ਰਸੰਨ ਰਹੋ, ਪ੍ਰਭੂ ਦਾ ਸਿਮਰਨ ਕਰੋ, ਖੁਸ਼ ਰਹੋ। ਤੇ ਜਦੋਂ ਤੁਸੀਂ ਪ੍ਰਭੂ ਦੀ ਭਗਤੀ ਕਰੋਗੇ ਉਹ ਬੱਚਿਓ, ਤੁਸੀਂ ਜਿਉਂਦੀਆਂ ਹੀ ਤਮਾਮ ਮਾਇਕੀ ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਵੋਗੀਆਂ। ਸੋਰਠਾ ਹਮ ਸੋ ਕੀਜੈ ਭੋਗ। ਉਹ ਕਹਿਣ ਲੱਗੀਆਂ ਨਾ ਮਹਾਂਪੁਰਸ਼ੋ ਨਾ, ਇਹ ਗਿਆਨ ਦੀਆਂ ਗੱਲਾਂ ਕਿਸੇ ਹੋਰ ਨੂੰ ਸੁਣਾਓ। ਅਸੀਂ ਤੇ ਜੋ ਮਨੋਰਥ ਲੈ ਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਈਆਂ ਹਾਂ, ਸਾਡਾ ਤੇ ਉਹ ਮਨੋਰਥ ਪੂਰਨ ਕਰੋ। ਭੰਤ ਭਈ ਪੁਨ ਅੰਗਨਾ। ਕਹਿੰਦੇ ਇੰਜ ਕਹਿੰਦੀ ਹੈ ਉਹ ਅੰਗਨਾ, ਉਹ ਇਸਤਰੀ। ਆਤਮ ਪੂਰਨ ਜੋਗ। ਕਹਿਣ ਲੱਗੇ ਤੁਸੀਂ ਪੂਰਨ ਹੋ, ਮਹਾਪੁਰਸ਼ ਹੋ। ਕਿੰਨਾ ਸੁੰਦਰ ਸਰੂਪ ਹੈ ਇਹ ਸੰਤ ਜੀ ਤੁਹਾਡਾ। ਪੂਰਨ ਕਰਿਏ ਕਾਮਣਾ। ਤਾਂ ਤੇ ਸਾਡੀ ਕਾਮਨਾ, ਸੰਤ ਤੇ ਕਾਮਨਾ ਪੂਰੀ ਕਰਦੇ ਹੁੰਦੇ ਨੇ ਜਿਹੜੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪੈਂਦੇ ਨੇ। ਸਾਡੀ ਕਾਮਨਾ ਇਹ ਹੈ, ਇਨਕੇ ਸੁਣ ਕਰ ਬੈਨ। ਕਹਿੰਦੇ ਜਦੋਂ ਇਹ ਬੋਲ ਸੁਣੇ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਬੋਲ ਸੁਣ ਕੇ ਸ੍ਰੀ ਨਾਨਕ ਬੋਲਤ ਭਏ। ਗੁਰੂ ਨਾਨਕ ਸਾਹਿਬ ਫਿਰ ਬੋਲਦੇ ਹਨ, ਹੋਏ ਰਿਤੈ ਸੁਖ ਚੈਨ। ਕਹਿੰਦੇ ਸਾਹਿਬ ਜੀ ਨੇ ਉਹ ਬੋਲ ਬੋਲੇ ਜਿਹਦੇ ਨਾਲ ਹਿਰਦੇ ਵਿੱਚ ਸੁਖ ਤੇ ਚੈਨ ਪ੍ਰਾਪਤ ਹੋ ਸਕੇ। ਸ਼ਬਦ ਕਮਾਵਣ ਕੀਜੀਏ। ਮਹਾਰਾਜ ਕਹਿੰਦੇ ਧੀਓ ਸੁਖ ਚਾਹੁੰਦੀਆਂ ਹੋ, ਤੁਹਾਨੂੰ ਮਨ ਦਾ ਸੁਖ ਦਿੰਦੇ ਆ ਅਸੀਂ। ਮਹਾਰਾਜ ਕਹਿੰਦੇ ਬੜਾ ਧੀਰਜ ਪ੍ਰਾਪਤ ਹੋਵੇਗਾ ਤੁਹਾਨੂੰ।
ਸਕੂਨ ਮਿਲੇਗਾ ਮਨ ਦਾ, ਸ਼ਾਂਤੀ ਮਿਲੇਗੀ ਮਨ ਦੀ। ਤੁਸੀਂ ਤਨ ਦੇ ਸੁੱਖ ਨੂੰ ਛੱਡੋ, ਤੁਹਾਨੂੰ ਅਸੀਂ ਮਨ ਦਾ ਸੁੱਖ ਬਖਸ਼ਦੇ ਹਾਂ। ਸ੍ਰੀ ਮੁਖ ਵਾਗ ਫਿਰ ਸਾਹਿਬ ਨੇ ਬਾਣੀ ਉਚਾਰਨ ਕੀਤੀ। ਸ਼੍ਰੀ ਮੁਖ ਵਾਕ, ਜੋ ਗੁਰੂ ਜੀ ਦੇ ਮੁਖ ਤੋਂ ਬਚਨ ਉਚਾਰਨ ਹੋਏ ਇਨ ਬਿਨ, ਜਿਹਦੇ ਵਿੱਚ ਕੋਈ ਹੇਰ ਫੇਰ ਨਹੀਂ, ਕੋਈ ਬਦਲਾਅ ਨਹੀਂ। ਜੋ ਗੁਰੂ ਨੇ ਬੋਲ ਬੋਲੇ ਇਨ ਬਿਨ, ਉਹ ਜਿਹੜੇ ਬੋਲ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼੍ਰੀ ਮੁਖ ਵਾਕ। ਆਸਾ ਘਰ ਸੇਵਾ ਮਹੱਲਾ ਪਹਿਲਾ। ਕਹਿੰਦੇ ਫਿਰ ਸਾਹਿਬ ਨੇ ਆਸਾ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਉਚਾਰਨ ਕੀਤਾ। ਮਨ ਮੋਤੀ ਜੇ ਗਹਿਣਾ ਹੋਵੇ। ਸਾਹਿਬ ਕਹਿੰਦੇ ਬੱਚੀਓ, ਗਹਿਣਾ ਹੁੰਦਾ ਨਾ, ਗਹਿਣਾ ਜਿਵੇਂ ਮੋਤੀ ਹੁੰਦਾ, ਮੋਤੀ ਬੜਾ ਸ਼ੁੱਧ, ਇਸੇ ਤਰ੍ਹਾਂ ਸ਼ੁੱਧ ਮੋਤੀ ਦੀ ਨਿਆਈ ਇਹ ਮਨ ਜਿਹੜਾ ਹੈ ਤੁਹਾਡਾ, ਇਹ ਵੀ ਤੇ ਇੱਕ ਗਹਿਣਾ ਹੈ। ਇਹਨੂੰ ਤੁਸੀਂ ਸ਼ੁੱਧ ਕਰੋ, ਆਪਣੇ ਇਸ ਮਨ ਨੂੰ ਮੋਤੀ ਵਾਂਗ ਸ਼ੁੱਧ ਬਣਾਓ ਤੇ ਮਨ ਨੂੰ ਹੀ ਗਹਿਣਾ ਕਰੋ। ਮੌਨ ਹੋਵੇ ਸੂਦ ਧਾਰੀ। ਤੇ ਮਨ ਮੋਤੀ ਇਹ ਜਿਹੜਾ ਗਹਿਣਾ ਹੈ, ਇਹਦੀ ਮਾਲਾ ਕਰੋ। ਮਾਲਾ ਤੁਸੀਂ ਇਹਨਾਂ ਮੋਤੀਆਂ ਦੇ ਮਨ ਨੂੰ ਸੁੱਚਾ ਬਣਾਓ। ਇਹ ਬਣਾਓ ਮੋਤੀ, ਤੇ ਮਾਲਾ ਪਰੋਣ ਦੇ ਲਈ ਧਾਗੇ ਦੀ ਲੋੜ ਹੁੰਦੀ ਹੈ ਨਾ। ਇਹ ਧੀਓ, ਜਿਹੜੇ ਤੁਹਾਡੇ ਸਵਾਸ ਨੇ, ਹਰ ਸਵਾਸ ਦੇ ਵਿੱਚ ਤੁਸੀਂ ਨਾਮ ਦਾ ਮੋਤੀ ਪਰੋਵੋ ਤੇ ਹਰ ਸਵਾਸ ਨਾਲ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਹੈ ਸੱਚੇ ਮੋਤੀਆਂ ਦੀ ਮਾਲਾ। ਇੰਜ ਨਾਮ ਦੀ ਮਾਲਾ ਪਰੋਣੀ ਇਹ ਕਰੋ। ਸੇਵਾ ਸਿੰਗਾਰ ਕਾਮਣ ਤਨ ਪਹਿਰੇ। ਸਾਹਿਬ ਕਹਿੰਦੇ ਜਿਹੜੀ ਕਾਮਣ ਹੁੰਦੀ ਹੈ ਨਾ ਇਸਤਰੀ, ਮਹਾਰਾਜ ਕਹਿੰਦੇ ਉਹ ਸ਼ਿੰਗਾਰ ਤੇ ਹੋਰ ਬਹੁਤ ਕਰਦੀ ਹੈ, ਪਰ ਉਹ ਸਾਰੇ ਸ਼ਿੰਗਾਰ ਫੋਕਟ ਨੇ, ਵਿਅਰਥ ਨੇ, ਕੁਝ ਸਮੇਂ ਲਈ ਨਹੀਂ, ਆਰਜੀ ਨਹੀਂ। ਇਸਤਰੀ ਨੂੰ ਚਾਹੀਦਾ ਸੱਚਾ ਸ਼ਿੰਗਾਰ ਧਾਰਨ ਕਰੇ। ਤੇ ਸੱਚਾ ਸ਼ਿੰਗਾਰ ਕੀ ਹੈ? ਖਿਮਾ ਰੂਪੀ ਸ਼ਿੰਗਾਰ ਧਾਰਨ ਕਰੇ। ਕਿਸੇ ਦੀ ਵਧੀਕੀ ਨੂੰ ਜ਼ਰਨਾ, ਇਹਨੂੰ ਕਹਿੰਦੇ ਨੇ ਖਿਮਾ। ਤੇ ਉਹ ਦੂਸਰੇ ਦੀ ਵਧੀਕੀ ਸਹਾਰੇ। ਇਹ ਖਿਮਾ ਰੂਪੀ ਗੁਣ, ਖਿਮਾ ਰੂਪੀ ਸ਼ਿੰਗਾਰ ਆਪਣੇ ਤਨ ਤੇ ਮਨ ਦੇ ਉੱਪਰ ਧਾਰਨ ਕਰੇ। ਰਾਵੇ ਲਾਲ ਪਿਆਰੀ। ਫਿਰ ਰਾਵੇ ਲਾਲ ਪਿਆਰੀ, ਫਿਰ ਉਹ ਲਾਲ ਪ੍ਰੀਤਮ ਪਿਆਰੇ ਵਾਹਿਗੁਰੂ ਪਰਮੇਸ਼ਰ ਨੂੰ। ਫਿਰ ਇਹੋ ਜੀ ਕਾਮਣ, ਇਹੋ ਜੀ ਜੀਵ ਰੂਪੀ ਇਸਤਰੀ ਬੜੀ ਪਿਆਰੀ ਲੱਗਦੀ ਹੈ। ਫਿਰ ਉਹ ਆਪਣੇ ਪ੍ਰੀਤਮ ਦੇ ਸੁੱਖ ਨੂੰ ਮਾਣਦੀ ਹੈ, ਫਿਰ ਉਹਦੇ ਸੁੱਖ ਨੂੰ ਭੋਗਦੀ ਹੈ। ਇਹੋ ਜੀ ਜੀਵ ਰੂਪੀ ਇਸਤਰੀ ਜਿਹੜੀ ਇਹੋ ਜਿਹੇ ਸ਼ੁਭ ਗੁਣਾਂ ਦਾ ਸ਼ਿੰਗਾਰ ਕਰੇ ਤੇ ਦਮ ਦਮ ਆਪਣੇ ਪ੍ਰੀਤਮ ਨੂੰ ਚੇਤੇ ਕਰੇ। ਲਾਲ ਬਹੁ ਗੁਣ ਕਾਮਣ ਮੋਹੀ। ਲਾਲ ਬਹੁ ਗੁਣ ਕਾਮਣ ਮੋਹੀ। ਸਾਹਿਬ ਕਹਿੰਦੇ ਇਹੋ ਜੀ ਕਾਮਣ ਜੀਵ ਰੂਪੀ ਇਸਤਰੀ ਜੀ ਦੇ ਅੰਦਰ ਇਹੋ ਜਿਹੇ ਸ਼ੁਭ ਗੁਣ ਹੋਵਣ, ਸਤ, ਸੰਤੋਖ, ਦਇਆ, ਧਰਮ, ਸ਼ਿੰਗਾਰ ਬਣਾਵੋ। ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭੂ ਭਾਵੋ। ਫਿਰ ਉਹ ਸੁਹਾਗਣ ਸਫਲੀ ਹੁੰਦੀ ਹੈ, ਪਰ ਉਹ ਸਦਾ ਸੁਹਾਗਣ ਰਹਿੰਦੀ ਹੈ ਜੀਵ ਰੂਪੀ ਇਸਤਰੀ, ਜਿਹੜੀ ਇਸ ਪ੍ਰਕਾਰ ਦੇ ਸ਼ੁਭ ਗੁਣਾਂ ਦਾ
ਸ਼ਿੰਗਾਰ ਕਰਦੀ ਹੈ ਤਾਂ ਤੇ ਫਿਰ ਇਸ ਜੀਵ ਰੂਪੀ ਇਸਤਰੀ ਦੇ ਉੱਪਰ ਉਹਦਾ ਕੰਤ ਪਤੀ ਪਰਮਾਤਮਾ ਸਦਾ ਹੀ ਤਰੁੱਠਦਾ ਹੈ ਤੇ ਜੋ ਚਾਹੁੰਦੀ ਹੈ ਕਾਮਣ ਫਿਰ ਉਹਦਾ ਸਾਈਂ ਉਹਦੀ ਝੋਲੀ ਦੇ ਵਿੱਚੋਂ ਖੈਰ ਪਾਉਂਦਾ ਏ। ਤੇਰੇ ਗੁਣ ਹੋਏ ਨਾ ਅਬਰੇ, ਇਹ ਮੇਰੇ ਵਾਹਿਗੁਰੂ ਤੇਰੇ ਵਰਗੇ ਗੁਣ ਕਿਸੇ ਹੋਰ ਵਿੱਚ ਨਹੀਂ ਹੋ ਸਕਦੇ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਅੱਗੋਂ ਸਮਝਾਉਂਦੇ ਹਨ। ਹਰ ਹਰ ਹਾਰ ਕੰਠ ਲੈ ਪਹਿਰੇ, ਸਾਹਿਬ ਕਹਿੰਦੇ ਜੇ ਹਾਰ ਹੀ ਪਾਉਣਾ ਹੈ, ਜਿਵੇਂ ਸ਼ਿੰਗਾਰ ਹੁੰਦਾ ਹੈ ਨਾ ਇਸਤਰੀ ਕਰਦੀ ਹੈ, ਇਹ ਬੱਚਿਓ ਕਈ ਪ੍ਰਕਾਰ ਦੇ ਹਾਰ ਬਣਾਉਂਦੀਆਂ ਨੇ ਇਸਤਰੀਆਂ, ਸੋਨੇ ਦੇ, ਹੋਰ ਉਹਦੇ ਵਿੱਚ ਹੀਰੇ ਜਵਾਹਰਾਤ ਜੜੇ ਜਾਂਦੇ ਨੇ। ਸਤਿਗੁਰੂ ਕਹਿੰਦੇ ਅਸਲ ਵਿੱਚ ਇਸ ਕਾਮਣ ਨੂੰ, ਜੀਵ ਰੂਪੀ ਇਸਤਰੀ ਨੂੰ ਵਾਹਿਗੁਰੂ 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 ਦਾ ਜਿਹੜਾ ਨਾਮ ਹੈ, ਇਸ ਨਾਮ ਦਾ ਹੀ ਹਾਰ ਆਪਣੇ ਕੰਠ ਵਿੱਚ ਧਾਰਨ ਕਰਨਾ ਚਾਹੀਦਾ ਹੈ। ਕੰਠ ਦੇ ਵਿੱਚੋਂ ਕਦੇ ਵੀ ਇਹਨੂੰ ਸਾਈਂ ਵਿਸਰੇ ਨਾ, ਹਰ ਦਮ ਇਹਦੇ ਕੰਠ ਵਿੱਚੋਂ ਆਵਾਜ਼ ਆਵੇ ਵਾਹਿਗੁਰੂ 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 ਵਾਹਿਗੁਰੂ। ਇਹੀ ਹਾਰ ਏ ਪਹਿਨੇ ਦਮੋਦਰ ਦੰਤ ਦੇਈ, ਦਾਮੋਦਰ, ਦਾਮੋਦਰ ਪਰਮੇਸ਼ਰ ਦਾ ਨਾਮ ਹੈ। ਤੇ ਜਿਹੜਾ ਦੰਦਾਸਾ ਜਿਹਾ ਕਰਦੀਆਂ ਹੋ ਤੁਸੀਂ ਆਪਣੇ ਇਹਨਾਂ ਅਧਰਾਂ ਨੂੰ, ਹੋਠਾਂ ਨੂੰ ਰੰਗ ਲੈਂਦੀਆਂ ਹੋ ਦੰਦਾਸੇ ਮਾਰ ਕੇ, ਸਾਹਿਬ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਹੀ ਇਹ ਦੰਦਾਸਾ ਕਰੇ ਤਾਂ ਤੇ ਉਹਦੇ ਨਾਮ ਦਾ ਰੰਗ ਚੜ੍ਹਦਾ ਹੈ। ਕੇਵਲ ਬੁੱਲਾਂ ਤੇ ਹੀ ਨਹੀਂ, ਅੱਖਾਂ ਦੇ ਉੱਪਰ ਵੀ, ਮਸਤਕ ਦੇ ਉੱਪਰ ਵੀ, ਪੂਰੇ ਚਿਹਰੇ ਦੇ ਉੱਪਰ ਵੀ, ਇਹਦੇ ਮਨ ਦੇ ਉੱਪਰ ਵੀ ਉਹਦੇ ਨਾਮ ਦਾ ਹੀ ਰੰਗ ਫਿਰ ਚੜ੍ਹਦਾ ਹੈ। ਦੰਦਾਸੇ ਦਾ ਰੰਗ ਸਵੇਰੇ ਕੀਤਾ ਸ਼ਾਮੀ ਉਤਰ ਗਿਆ। ਸਤਿਗੁਰੂ ਕਹਿੰਦੇ ਜੇ ਦੰਦਾਸਾ ਕਰਨਾ ਧੀਓ ਇਹੋ ਜਿਹਾ ਕਰੋ ਜਿਹੜਾ ਮਜੀਠਾ ਰੰਗ ਇੱਕ ਵਾਰ ਚੜ ਜਵੇ ਫਿਰ ਕਦੇ ਉਤਰਦਾ ਨਹੀਂ ਹੁੰਦਾ। ਕਰ ਕਰ ਕਰਦਾ ਕੰਗਨ ਪਹਿਰੇ, ਜੇ ਕੰਗਨ ਪਹਿਨ ਦੀ ਇੱਛਾ ਹੈ, ਕੰਗਣ ਪਾਉਣ ਦੀਆਂ ਇੱਛੁਕ ਹੋ, ਇਹ ਗਹਿਣੇ ਤੁਹਾਨੂੰ ਤੁਹਾਡੀ ਇੱਛਾ ਹੈ ਤਾਂ ਫਿਰ ਤੁਸੀਂ ਜੇ ਕੰਗਨ ਹੀ ਪਹਿਨਣਾ ਹੈ ਤਾਂ ਤੁਸੀਂ ਕਰ ਕਰ ਕਰਤਾ, ਕਰਤਾ ਪੁਰਖ, ਕਰਤਾ ਪੁਰਖ ਇੰਜ ਹੀ ਕਰੀ ਜਾਓ। ਵਾਹਿਗੁਰੂ ਵਾਹਿਗੁਰੂ ਉਹਦੀ ਸਿਫਤ ਸਲਾਹ ਦਾ ਕੰਗਨ ਪਹਿਨੋ ਆਪਣੇ ਮਨ ਰੂਪੀ ਹੱਥ ਵਿੱਚ। ਇਹਨ ਬਿਦ ਚਿਤ ਧਰੇ, ਇਹਨ ਬਿਦ ਚਿਤ ਧਰੇ। ਅਸਲ ਵਿੱਚ ਜਿਹੜੀ ਕਾਮਣ ਹੈ, ਜੀਵ ਰੂਪੀ ਇਸਤਰੀ, ਜਗਿਆਸੂ ਰੂਪੀ ਇਸਤਰੀ, ਇਸ ਪ੍ਰਕਾਰ ਦੇ ਸ਼ਿੰਗਾਰ ਕਰਨ ਦੀ ਸੋਚ ਆਪਣੇ ਚਿੱਤ ਦੇ ਵਿੱਚ ਟਿਕਾਉਣੀ ਹੀ ਕਰੇ। ਮਦ ਸੂਦਨ ਕਰ ਮੁੰਦਰੀ ਪਹਿਰੇ, ਜੇ ਮੁੰਦਰੀ ਪਹਿਨਣੀ ਹੈ ਤਾਂ ਮਦ ਸੂਦਨ, ਮਦ ਸੂਦਨ, ਮਦ ਸੂਦਨ ਪਰਮੇਸ਼ਰ ਦਾ ਜਿਹੜਾ ਨਾਮ ਹੈ, ਨਾਮ ਦੀ ਹੀ ਮੁੰਦਰੀ ਪਾ ਲਵੇ। ਇਹ ਜੀਵ ਰੂਪੀ ਕਾਮਣ ਪਰਮੇਸ਼ਰ ਪਟ ਲਈ। ਤੇ ਜੇ ਰੇਸ਼ਮੀ ਵਸਤਰ ਪਹਿਨਣ ਦੀ ਇੱਛਾ ਹੈ, ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਦੇ ਰੇਸ਼ਮੀ ਵਸਤਰ ਧਾਰਨ ਕਰ ਲਵੇ ਫਿਰ ਇਸ ਲੋਕ ਤੇ ਪਰਲੋਕ ਦੇ ਵਿੱਚ ਇਹਦੀ ਕਦੇ ਵੀ ਮੱਤ ਨਹੀਂ ਉਤਰਦੀ। ਧੀਰਜ ਧੜੀ ਬੰਧਾਵੇ ਕਾਮਣ, ਤੇ ਧੀਰਜ ਧੜੀ ਬੰਧਾਵੇ ਕਾਮਣ। ਜਿਹੜਾ ਮਾਂਗ ਭਰਦੀਆਂ ਹੋ ਤੁਸੀਂ, ਸੰਧੂਰ ਪਾਇਆ ਹੋਇਆ ਤੁਸੀਂ ਆਪਣੀ ਮਾਂਗ ਵਿੱਚ,
ਤੁਸੀਂ ਧੀਰਜ ਧਾਰਨ ਕਰਨ ਰੂਪੀ ਆਪਣੀ ਮਾਂਗ ਦੇ ਵਿੱਚ ਸੰਧੂਰ ਪਾਓ। ਧੀਰਜ ਧਾਰਨ ਕਰੋ, ਇਹ ਸਭ ਤੋਂ ਵੱਡਾ ਧੀਓ ਸੰਧੂਰ ਹੈ। ਜੇ ਧੀਰਜ ਰੱਖੋਗੀਆਂ ਤਾਂ ਤੁਹਾਡੀ ਮਾਂਗ ਸਦਾ ਹੀ ਭਰੀ ਰਹੇਗੀ। ਸ੍ਰੀ ਰੰਗ ਸੁਰਮਾ ਦੇ ਸ੍ਰੀ ਰੰਗ ਅਕਾਲ ਪੁਰਖ ਵਾਹਿਗੁਰੂ ਜੋ ਹੈ, ਉਹਦੇ ਨਾਮ ਦਾ ਹੀ ਸੁਰਮਾ ਪਹਿਨਣਾ ਕਰੋ। ਮਨ ਮੰਦਰ ਜੇ ਦੀਪਕ ਤੇ ਚਾਲੇ, ਮਨ ਰੂਪੀ ਜਿਹੜਾ ਮੰਦਰ ਹੈ, ਇੰਜ ਜਦੋਂ ਤੁਸੀਂ ਸ਼ੁਭ ਗੁਣਾਂ ਦਾ ਸ਼ਿੰਗਾਰ ਕਰੋਗੀਆਂ ਬੱਚਿਓ, ਤੇ ਆਪਣੇ ਮਨ ਰੂਪੀ ਮੰਦਰ ਦੇ ਵਿੱਚ ਜਦੋਂ ਤੁਸੀਂ ਪਰਮਾਤਮਾ ਦੇ ਨਾਮ ਦਾ ਸ਼ਬਦ ਦਾ ਦੀਵਾ ਬਾਲੋਗੀਆਂ, ਤੁਹਾਡੇ ਮਨ ਦੇ ਅੰਦਰ ਪ੍ਰਕਾਸ਼ ਹੋਵੇਗਾ। ਜਦੋਂ ਪ੍ਰਭੂ ਦੇ ਨਾਮ ਦਾ ਕਾਇਆ ਸੇਜ ਕਰੇ, ਤੇ ਕਾਇਆ ਨੂੰ ਤੁਸੀਂ ਸੇਜਾ ਬਣਾਓ। ਮਨ ਦੇ ਅੰਦਰ ਦੀਪਕ ਬਾਲੋ, ਸ਼ਬਦ ਦਾ ਦੀਵਾ ਚਾਨਣ ਕਰੋ ਆਪਣੇ ਮਨ ਦੇ ਅੰਦਰ, ਬਾਹਰੀ ਚਾਨਣ ਨਹੀਂ। ਤੇ ਸਤਿਗੁਰੂ ਕਹਿੰਦੇ ਕਾਇਆ ਨੂੰ ਇਹ ਧੀਓ ਤੁਸੀਂ ਆਪਣੀ ਸੁੰਦਰ ਸਹਿਜਾ ਬਣਾਓ ਤੇ ਉਡੀਕ ਕਰੋ ਆਪਣੇ ਕੰਤ ਦੀ, ਪਤੀ ਪਰਮਾਤਮਾ ਦੀ। ਤੇ ਅਰਦਾਸਾਂ ਕਰੋ ਵੀ ਡਾਢਿਆ ਹੁਣ ਤੇ ਆ ਜਾ, ਹੁਣ ਤੇ ਅਸੀਂ ਇਹ ਸ਼ਿੰਗਾਰ ਵੀ ਧਾਰਨ ਕਰ ਲਿਆ, ਹੁਣ ਤੇ ਅਸੀਂ ਕਾਇਆ ਨੂੰ ਸਹਿਜਾ ਬਣਾ ਲਿਆ, ਤੇਰੇ ਲਈ ਤੇ ਤੇਰੀ ਉਡੀਕ ਵਿੱਚ ਬੈਠੀਆਂ ਹਾਂ। ਹੁਣ ਤੂੰ ਆ ਇਸ ਸਹਿਜਾ ਦੇ ਉੱਪਰ ਗਿਆਨ ਰਾਹੋ ਜਬ ਸਿਜੈ ਆਵੈ। ਸਤਿਗੁਰੂ ਕਹਿੰਦੇ ਫਿਰ ਜਦੋਂ ਗਿਆਨ ਦਾ ਰਾਜਾ ਪ੍ਰਕਾਸ਼ ਰੂਪ ਪਰਮਾਤਮਾ ਜਦੋਂ ਤੁਹਾਡੀ ਕਾਇਆ ਰੂਪੀ ਸਹਿਜਾ ਤੇ ਆਵੇਗਾ, ਮਨ ਦੇ ਅੰਦਰ ਤੁਸੀਂ ਮਨ ਨੂੰ ਜਦੋਂ ਇੰਜ ਮੰਦਰ ਬਣਾ ਲੋਗੀਆਂ। ਮੰਦਰ ਵਿੱਚ ਕੀ ਹੁੰਦਾ ਹੈ ਬੱਚਿਓ? ਪਵਿੱਤਰਤਾ ਹੁੰਦੀ ਹੈ, ਪਾਕੀਜ਼ਗੀ ਹੁੰਦੀ ਹੈ। ਮੰਦਰ ਦੇ ਵਿੱਚ ਅਪਵਿੱਤਰ ਵਸਤੂ ਲਿਜਾਣੀਆਂ ਮਨਾ ਹੁੰਦੀਆਂ ਨੇ। ਇਹ ਜਿਹੜੀ ਸੋਚ ਹੈ ਉਹਨੂੰ ਪਾਕ ਬਣਾਓ। ਪਹਿਲਾਂ ਆਪਣੇ ਮਨ ਨੂੰ ਪਵਿੱਤਰ ਕਰੋ, ਸੋਚ ਨੂੰ ਪਵਿੱਤਰ ਕਰੋ, ਤੇ ਜਦੋਂ ਤੁਸੀਂ ਇਹ ਸਭ ਕੁਝ ਕਰਨ ਲੱਗੋਗੀਆਂ, ਫਿਰ ਉਹ ਗਿਆਨ ਦਾ ਰਾਜਾ, ਰਾਜਿਆਂ ਦਾ ਰਾਜਾ, ਪ੍ਰਕਾਸ਼ ਰੂਪ ਪਰਮਾਤਮਾ ਫਿਰ ਇੱਕ ਦਿਨ ਤੁਹਾਡੀ ਇਸ ਸਹਿਜਾ ਦੇ ਉੱਪਰ ਆਵੇਗਾ। ਨਾਨਕ ਭੋਗ ਕਰੇ। ਸਤਿਗੁਰੂ ਕਹਿੰਦੇ ਹੈ ਨਾਨਕ, ਫਿਰ ਉਹ ਜਿਹੜਾ ਗਿਆਨ ਦਾ ਸਾਗਰ ਹੈ, ਰਾਜਿਆਂ ਦਾ ਰਾਜਾ ਪਰਮਾਤਮਾ ਹੈ, ਪਰ ਉਹ ਤੁਹਾਡੇ ਨਾਲ ਭੋਗ ਕਰੇਗਾ। ਭਾਵ ਫਿਰ ਤੁਸੀਂ ਉਸ ਬ੍ਰਹਮ ਦੇ ਵਿੱਚ ਸਮਾ ਜਾਓਗੀਆਂ, ਇੱਕਮਿਕ ਹੋ ਜਾਓਗੀਆਂ। ਫਿਰ ਕੋਈ ਫਰਕ ਨਹੀਂ ਰਹੇਗਾ ਜੀਵ ਤੇ ਈਸ਼ ਵਿੱਚ। ਤੁਸੀਂ ਉਸੇ ਬ੍ਰਹਮ ਦੇ ਵਿੱਚ ਮਿਲ ਜਾਓਗੀਆਂ। ਗਿਆਨ ਰਾਓ ਜਬ ਸੇਜੈ ਆਵੈ, ਤਾਂ ਨਾਨਕ ਭੋਗ ਕਰੇ। ਹੋਰਾ ਸਰਵ ਸ਼ਬਦ ਸਮਝਾਏ ਇਹ। ਕਹਿੰਦੇ ਸਾਰਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਿਆ, ਤੇ ਉਹਨਾਂ ਨੂੰ ਇੱਕ ਇੱਕ ਭਾਵ ਸ਼ਬਦ ਦਾ ਸਮਝਾਉਣਾ ਕੀਤਾ। ਸ੍ਰੀ ਨਾਨਕ ਜਗਤੰਤ ਜਗਤ ਦੇ ਕੰਤ ਗੁਰੂ ਨਾਨਕ ਸਾਹਿਬ ਨੇ ਸਾਰਾ ਸ਼ਬਦ ਦਾ ਭਾਵ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ। ਅਸ਼ਟਪਦੀ ਪੁਨ ਅਰਥ ਸੋ। ਕਹਿੰਦੇ ਅਸ਼ਟਪਦੀ ਜਿਹੜੀ ਇਹ ਅਸ਼ਟਪਦੀਆਂ ਸਨ, ਪੂਰੇ ਅਰਥਾਂ ਦੇ ਸਹਿਤ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਉਣੀ ਕੀ ਕੀਤੀ। ਉਚਰੇ ਰਾਗ ਬਸੰਤ ਫਿਰ ਸਾਹਿਬ ਸੱਚੇ ਪਾਤਸ਼ਾਹ ਨੇ
ਉਥੇ ਦੂਸਰਾ ਸ਼ਬਦ ਵੀ ਉਚਾਰਨ ਕੀਤਾ ਬਸੰਤ ਰਾਗ ਵਿੱਚ। ਉਹ ਵੀ ਮਹਾਰਾਜ ਜੀ ਨੇ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਉਚਾਰਨ ਕੀਤਾ। ਇਹ ਸ਼ਬਦ ਬਸੰਤ ਰਾਗ ਵਾਲਾ ਅਸ਼ਟਪਦੀ ਦੇ ਰੂਪ ਵਿੱਚ ਪਹਿਲਾ ਸ਼ਬਦ ਆਸਾ ਰਾਗ ਦੇ ਵਿੱਚ ਮਹਾਰਾਜ ਜੀ ਨੇ ਉਚਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।